ਧੰਨ ਵਾਹਿਗੁਰੂ ਜੀਓ। ਗੌੜੀ ਪਾਪ ਪੁੰਨ ਦੋਏ ਬੈਲ ਬਿਸਾਹੇ, ਪਵਨ ਪੂੰਜੀ ਪਰਗਾਸਿਓ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਇਨ ਬਿਦ ਟਾਂਡ ਬਿਸਾਹਿਓ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ ਰਹਾ। ਕਾਮ ਕ੍ਰੋਧ ਦੁਇ ਭਏ ਜਗਾਤੀ, ਮਨ ਤਰੰਗ ਬਟਵਾਰਾ। ਪੰਚ ਤਤ ਮਿਲ ਦਾਨ ਨਿਬੇਰੈ, ਟਾਂਡਾ ਉਤਰਿਓ ਪਾਰਾ। ਕਹਿਤ ਕਬੀਰ ਸੁਨਹੁ ਰੇ ਸੰਤੋ, ਅਬ ਐਸੀ ਬਨਿਆਈ। ਘਾਟੀ ਚੜ੍ਹਤ ਬੈਲ ਇਕ ਥਾਕਾ, ਚਲੋ ਗੋਨ ਛਿਟਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਯਤਨ ਕਰ ਰਹੇ ਹਾਂ। ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਲੜੀਵਾਰ ਵਿਚਾਰਨ ਦਾ। ਸੋ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 333 ਉੱਪਰ ਰਾਗ ਗੌੜੀ ਵਿੱਚ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਸੁਭਾਇਮਾਨ ਦਰਜ ਹੈ। ਸ਼ਬਦ ਨੂੰ ਸਮੁੱਚੇ ਰੂਪ ਵਿੱਚ ਪੜ੍ਹਦਿਆਂ ਜੋ ਕੇਂਦਰੀ ਖਿਆਲ, ਮੁੱਖ ਖਿਆਲ ਭਗਤ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਦਿੱਤਾ ਹੈ। ਜਿਵੇਂ ਪੁਰਾਣੇ ਸਮਿਆਂ ਵਿੱਚ ਵਪਾਰ ਕਰਨ ਵਾਲੇ ਵਪਾਰੀ, ਜਿਨ੍ਹਾਂ ਨੂੰ ਵਣਜਾਰੇ ਵੀ ਕਿਹਾ ਜਾਂਦਾ ਸੀ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਸਫ਼ਰ ਕਰਦੇ ਸਨ ਤਾਂ ਉਹਨਾਂ ਸਮਿਆਂ ਦੇ ਵਿੱਚ ਮਾਲ ਦੀ ਢੋਆ ਢੁਆਈ ਵਾਸਤੇ ਪਸ਼ੂਆਂ ਦਾ, ਗੱਡਿਆਂ ਦਾ ਸਹਾਰਾ ਲਿਆ ਜਾਂਦਾ ਸੀ। ਗਧਿਆਂ ਉੱਤੇ ਮਾਲ ਲੱਦਣਾ, ਖੱਚਰਾਂ ਉੱਤੇ ਮਾਲ ਲੱਦਣਾ, ਘੋੜਿਆਂ ਉੱਤੇ ਮਾਲ ਲੱਦਣਾ, ਊਠਾਂ ਉੱਤੇ ਮਾਲ ਲੱਦਣਾ, ਜਾਂ ਫਿਰ ਬੈਲ ਗੱਡੀਆਂ ਜਿਨ੍ਹਾਂ 'ਤੇ ਜ਼ਿਆਦਾ ਮਾਲ ਲੱਦਿਆ ਜਾ ਸਕਦਾ ਸੀ। ਦੋ ਤੋਂ ਵਧੇਕ ਬੈਲਾਂ ਵਾਲੀਆਂ ਗੱਡੀਆਂ ਜਿਹੜੀਆਂ ਸਨ, ਉਹਨਾਂ ਦੇ ਉੱਤੇ ਮਾਲ ਲੱਦ ਕੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਸਫ਼ਰ ਕਰਦੇ ਸਨ। ਜਿੱਥੇ ਬਹੁਤ ਸਾਰੇ ਗੱਡੇ, ਬੈਲ ਗੱਡੀਆਂ
ਕਤਾਰ ਵਿੱਚ ਜਾ ਰਹੀਆਂ ਹੋਣ, ਇਕੱਠੀਆਂ ਜਾ ਰਹੀਆਂ ਹੋਣ, ਉਹਨਾਂ ਨੂੰ ਟਾਂਡਾ ਕਿਹਾ ਜਾਂਦਾ ਸੀ। ਜਿੰਨੇ ਜ਼ਿਆਦਾ ਕਿਸੇ ਵਪਾਰੀ ਕੋਲ ਗੱਡੇ, ਬੈਲ ਆਦਮੀ ਕੰਮ ਕਰਨ ਵਾਲੇ ਹੋਣ, ਉਨਾ ਹੀ ਵੱਡਾ ਉਸ ਨੂੰ ਵਪਾਰੀ ਕਿਹਾ ਜਾਂਦਾ ਸੀ। ਜਿੰਨੀ ਦੂਰ ਦਰਾਜ ਤੱਕ ਉਹ ਵਪਾਰ ਕਰੇ, ਉਹਨਾਂ ਸਾਰੇ ਵਪਾਰੀਆਂ ਦਾ ਇੱਕ ਸਰਦਾਰ ਹੁੰਦਾ ਸੀ, ਜਿਸ ਨੂੰ ਨਾਇਕ ਭਾਵ ਮੁਖੀ ਆਖਿਆ ਜਾਂਦਾ ਸੀ। ਉਸਨੇ ਹੀ ਸਾਰੇ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਸਨ। ਬਾਕੀ ਸਾਰੇ ਦਾ ਸਾਰਾ ਟਾਂਡਾ ਉਸ ਦੀ ਦਿੱਤੀ ਹਦਾਇਤ ਮੁਤਾਬਕ ਹੀ ਚੱਲਦਾ ਸੀ। ਐਸੇ ਵਣਜਾਰੇ ਵਪਾਰੀਆਂ ਦੇ ਕੋਲ ਆਪਣੇ ਅੰਗ ਰੱਖਿਅਕ ਹੁੰਦੇ ਸਨ, ਜਿਹੜੇ ਰਾਤ ਬਰਾਤੇ ਮਾਲ ਦੀ ਸੁਰੱਖਿਆ ਕਰਦੇ ਸਨ ਕਿ ਰਾਹ ਵਿੱਚ ਕੋਈ ਲੁਟੇਰਾ ਜਾਂ ਕੋਈ ਹੋਰ ਇਹੋ ਜਿਹੇ ਲੋਕ ਗਲਤ ਅਨਸਰ ਜਿਹੜੇ ਹਨ, ਉਹ ਵਪਾਰੀ ਦਾ ਨੁਕਸਾਨ ਨਾ ਕਰਨ, ਸਮਾਨ ਨਾ ਲੁੱਟਣ। ਇੱਕ ਜਗ੍ਹਾ ਤੋਂ ਵਸਤੂ ਨੂੰ ਖਰੀਦਦੇ ਤੇ ਦੂਜੀ ਮੰਡੀ ਵਿੱਚ ਜਾ ਕੇ ਵੇਚਦੇ। ਉੱਥੋਂ ਦੀ ਚੀਜ਼ ਉਹਨਾਂ ਨੇ ਉੱਥੋਂ ਖਰੀਦਣੀ ਤੇ ਫਿਰ ਦੂਜੀ ਜਗ੍ਹਾ ਤੇ ਜਾ ਕੇ ਮਹਿੰਗੇ ਭਾਅ ਉਸ ਨੂੰ ਵੇਚਣਾ, ਕਿਉਂਕਿ ਪਹਿਲਾਂ ਆਪਣੇ ਕੋਲੋਂ ਇਨਵੈਸਟਮੈਂਟ ਕਰਨੀ ਹੈ, ਫਿਰ ਉਹਨੂੰ ਪ੍ਰੋਫਿਟ ਉੱਤੇ ਵੇਚਣਾ ਹੈ, ਤੇ ਫਿਰ ਉਹਦੇ ਵਿੱਚੋਂ ਆਪਣਾ ਖਰਚਾ ਕੱਢ ਕੇ ਬਚਤ ਵੱਖਰੀ ਕਰਨੀ ਹੈ। ਇਸੇ ਕਰਕੇ ਤਾਂ ਕੋਈ ਵੀ ਵਪਾਰੀ ਵਪਾਰ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਉਸ ਪ੍ਰਤੀਕ ਨੂੰ ਵਰਤਦਿਆਂ ਹੋਇਆ ਸਾਰੇ ਜੀਵਾਂ ਨੂੰ ਹੀ ਵਪਾਰੀ ਲਿਖਿਆ। ਆਪਾਂ ਸਾਰੇ ਹੀ ਵਣਜਾਰੇ ਹਾਂ, ਵਪਾਰੀ ਹਾਂ। ਸਤਿਗੁਰੂ ਜੀ ਦਾ ਇਹ ਸਮਝਾਉਣ ਦਾ ਢੰਗ ਹੈ ਵੀ ਅਸੀਂ ਜਗਤ ਵਿੱਚ ਇਨਵੈਸਟ ਕੀ ਕਰਦੇ ਹਾਂ। ਸਾਡੇ ਕੋਲ ਜਿਹੜੇ ਸਾਹ ਨੇ, ਲਾਈਫ ਦਾ ਟਾਈਮ ਹੈ, ਸਮਾਂ ਹੈ ਜਿਹੜਾ ਜ਼ਿੰਦਗੀ ਦਾ, ਇਹ ਬੜਾ ਕੀਮਤੀ ਰੇਅਰ ਹੈ, ਬੜਾ ਮੋਲਕ ਹੈ। ਜਿਉਂ-ਜਿਉਂ ਸਾਹ ਸਾਡੇ ਗੁਜ਼ਰਦੇ ਨੇ, ਇਹਦਾ ਭਾਵ ਹੈ ਕਿ ਸਮਾਂ ਲੰਘਦਾ ਜਾ ਰਿਹਾ ਹੈ, ਸਮਾਂ ਪਾਸ ਹੁੰਦਾ ਜਾ ਰਿਹਾ ਹੈ, ਸਰੀਰ ਪੁਰਾਣਾ ਹੁੰਦਾ ਜਾ ਰਿਹਾ ਹੈ, ਜੀਵਨ ਹੰਢ ਰਿਹਾ ਹੈ। ਤੋ ਸਾਡੇ ਕੋਲ ਸਭ ਤੋਂ ਮਹਿੰਗੀ ਚੀਜ਼ ਜਿਹੜੀ ਅਸੀਂ ਇਨਵੈਸਟ ਕਰਦੇ ਹਾਂ, ਉਹ ਨੇ ਸਾਡੇ ਸਵਾਸ, ਸਾਡਾ ਲਾਈਫ ਦਾ ਟਾਈਮ, ਸਾਡੀ ਜ਼ਿੰਦਗੀ ਦਾ ਸਮਾਂ। ਇਹਦੇ ਬਦਲੇ ਵਿੱਚ ਅਸੀਂ ਕੀ ਖੱਟਦੇ ਹਾਂ? ਕੋਈ ਤੇ ਸਾਹ ਖਰਚ ਕੇ, ਜ਼ਿੰਦਗੀ ਦਾ ਸਮਾਂ ਖਰਚ ਕੇ, ਸਮਾਂ ਲਾ ਕੇ ਬੜੀ ਕੀਮਤੀ ਚੀਜ਼ ਵਿਹਾਜ ਲੈਂਦਾ, ਗੁਣ ਇਕੱਠੇ ਕਰਦਾ ਹੈ, ਚੰਗਿਆਈ ਇਕੱਠੀ ਕਰਦਾ ਹੈ, ਅਸੂਲ ਪ੍ਰਸਤ ਬਣਦਾ ਹੈ, ਧਰਮੀ ਬਣਦਾ ਹੈ, ਨੇਕ ਤਬੀਅਤ ਦਾ ਬਣਦਾ ਹੈ। ਸਮਾਂ ਦੂਜੇ ਦਾ ਵੀ ਇਨਵੈਸਟ ਹੋ ਰਿਹਾ, ਉਹਦੇ ਇਵਜ਼ ਦੇ ਵਿੱਚ ਕੀ ਇਕੱਠਾ ਕਰਦਾ? ਬੁਰਾਈ, ਪਾਪ, ਜ਼ੁਲਮ, ਅਤਿਆਚਾਰ, ਮੰਦੀਆਂ ਵਾਸ਼ਨਾਵਾਂ, ਗਲਤ ਕੰਮ। ਇਹਦਾ ਭਾਵ ਹੈ, ਸੰਖੇਪ ਵਿੱਚ ਵਰਤੀਏ, ਇੱਕ ਜੀਵ ਜਿਹੜਾ ਹੈ ਉਹ ਆਪਣੇ ਸਾਹ ਖਰਚ ਕੇ, ਸਾਹਾਂ ਦੀ ਇਨਵੈਸਟਮੈਂਟ ਕਰਕੇ ਸਾਹਾਂ ਦੀ ਪੂੰਜੀ ਖਰਚ ਕੇ ਪਾਪ ਇਕੱਠਾ ਕਰਦਾ, ਤੇ ਇੱਕ ਪੁੰਨ ਭਾਵ ਚੰਗਿਆਈ ਇਕੱਠੀ ਕਰਦਾ। ਹੁਣ ਇਹ ਉਵੇਂ ਦੀ ਗੱਲ ਹੈ ਜਿਵੇਂ ਕੋਈ ਪੈਸਾ ਤਾਂ ਵਪਾਰ ਕਰਨ ਵਾਲਾ ਪਹਿਲਾਂ ਕੋਲੋਂ ਪੂੰਜੀ ਲਾਉਂਦਾ ਹੈ, ਰਾਸ ਪਾਉਂਦਾ ਹੈ, ਉਹਦੇ ਇਵਜ਼ ਵਿੱਚ ਉਹ ਘਟੀਆ ਵਪਾਰ ਕਰ ਬੈਠੇ ਕਿ ਪੈਸੇ ਜ਼ਿਆਦਾ ਖਰਚ ਲਵੇ ਤੇ ਚੀਜ਼ ਘਟੀਆ ਲੈ ਲਵੇ, ਜਿਹਦਾ ਅੱਗੇ ਕਿਤੇ ਜਾ ਕੇ ਮੁੱਲ ਹੀ ਨਾ ਪਵੇ। ਹੁਣ ਉਹਦੇ ਕੋਲ ਜਿਹੜੀ ਪੂੰਜੀ ਉਹ ਵੀ ਜਾਂਦੀ ਲੱਗੇਗੀ ਤੇ ਪ੍ਰੋਫਿਟ ਕੋਈ ਹੋਏਗਾ ਨਹੀਂ। ਐਸਾ ਵਪਾਰੀ ਕੱਖਾਂ ਤੋਂ ਹੌਲਾ ਹੋ ਜਾਏਗਾ, ਉਹਦਾ ਬਿਜ਼ਨਸ ਖਤਮ ਹੋ ਜਾਏਗਾ। ਇੱਕ ਐਸਾ ਸਫਲ ਵਪਾਰੀ ਹੈ ਜਿਹਨੇ ਪੂੰਜੀ ਖਰਚੀ, ਉਹਨੇ ਵਧੀਆ ਚੀਜ਼ ਖਰੀਦੀ, ਜਿਹਦਾ ਚੰਗਾ ਮੁੱਲ ਪਿਆ, ਤਾਂ ਉਹਨੂੰ ਪ੍ਰੋਫਿਟ ਹੋਇਆ, ਉਹ ਲਾਸ ਤੋਂ ਬਚ ਗਿਆ, ਨੁਕਸਾਨ ਤੋਂ ਬਚ ਗਿਆ, ਉਹਨੇ ਲਾਭ ਪ੍ਰਾਪਤ ਕੀਤਾ, ਫਾਇਦਾ ਲਿਆ। ਇਸੇ ਤਰ੍ਹਾਂ ਅਸੀਂ ਜੀਵ ਹਾਂ। ਬਾਣੀ ਆਖਦੀ ਏ ਅਸੀਂ ਸਾਰੇ ਹੀ ਵਪਾਰੀਆਂ ਵਰਗੇ ਹਾਂ, ਸਾਹ ਖਰਚਦੇ ਹਾਂ। ਉਹਨਾਂ ਪਲਾਂ ਦੇ ਵਿੱਚ ਹੀ ਕੋਈ ਬੰਦਾ ਜ਼ਿੰਦਗੀ ਦੇ ਵਿੱਚ ਬੁਰਾਈ ਖੱਟ ਰਿਹਾ ਹੁੰਦਾ ਹੈ ਤੇ ਕੋਈ ਬੰਦਾ ਚੰਗਿਆਈ ਖੱਟ ਰਿਹਾ, ਪਰ ਆਪਣਾ ਆਪਣਾ ਤਰੀਕਾ ਹੈ ਹਰ ਇੱਕ ਮਨੁੱਖ ਦਾ। ਕਿਸੇ ਨੂੰ ਬੁਰਾਈ ਚੰਗੀ ਲੱਗਦੀ, ਉਹ ਬੁਰਾਈ ਦਾ ਵਪਾਰ ਕਰਦਾ ਸਾਹ ਖਰਚ ਕੇ। ਕਿਸੇ ਨੂੰ ਚੰਗਿਆਈ ਚੰਗੀ ਲੱਗਦੀ, ਉਹ ਚੰਗਿਆਈ ਇਕੱਠੀ ਕਰਦਾ। ਇਸ ਲਈ ਸਾਹਿਬ ਸਤਿਗੁਰੂ ਨੇ ਮੁਬਾਰਕ ਬਾਣੀ ਦੇ ਵਿੱਚ ਸਾਨੂੰ ਜਿਹੜੀ ਪ੍ਰੇਰਨਾ ਕੀਤੀ ਉਹ ਇਹ ਹੈ
ਜਿਵੇਂ ਆਪਾਂ ਬਾਣੀ ਦਾ ਵਾਕ ਪੜ੍ਹਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਕ ਹੋਰ ਵਾਕ ਆਪਾਂ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਮਹਾਰਾਜ ਦਾ। ਇਹ ਵਾਕ ਆਪਾਂ ਵਿਚਾਰਿਆ ਵੀ ਹੈ ਜਦੋਂ ਉਹਨਾਂ ਦੀ ਬਾਣੀ ਦੀ ਆਪਾਂ ਵਿਚਾਰ ਕੀਤੀ ਹੈ, ਜਿੱਥੇ ਉਹਨਾਂ ਨੇ ਸ਼ਬਦ ਵਰਤਿਆ ਸੀ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਉਹ ਸਾਰੇ ਸ਼ਬਦ ਵਿੱਚ ਵੀ ਉਹਨਾਂ ਨੇ ਇੱਕ ਪਾਸੇ ਇਹ ਉਦਾਹਰਣ ਦਿੱਤੀ ਸੀ ਵੀ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਕੁਝ ਲੋਕ ਨੇ ਜਿਹੜੇ ਜ਼ਹਿਰ ਇਕੱਠਾ ਕਰਦੇ, ਮੈਂ ਪਰਮੇਸ਼ਰ ਦੇ ਨਾਮ ਦਾ ਧਨ ਇਕੱਠਾ ਕੀਤਾ, ਰੱਬੀ ਨਾਮ ਦੀ ਦੌਲਤ ਇਕੱਠੀ ਕੀਤੀ ਹੈ। ਲੋਕਾਂ ਨੇ ਜ਼ਹਿਰ ਇਕੱਠਾ ਕੀਤਾ, ਕੋਈ ਜ਼ਹਿਰ ਦਾ ਵਪਾਰ ਕਰਦਾ ਸਾਹਾਂ ਦੇ ਸਦਕੇ, ਤੇ ਕੋਈ ਅੰਮ੍ਰਿਤ ਦਾ ਵਪਾਰ ਕਰਦਾ। ਮਹਾਰਾਜ ਨੇ ਬਾਣੀ ਵਿੱਚ ਪ੍ਰੇਰਣਾ ਕੀਤੀ ਸਾਨੂੰ, ਵਣਜ ਕਰਹੋ ਵਣਜਾਰਿਓ ਵਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾੜ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਇਹ ਤੁਸੀਂ ਜਿਹੜੀ ਵਸਤੂ ਇਕੱਠੀ ਕਰ ਰਹੇ ਹੋ, ਜਿਹੜਾ ਵਪਾਰ ਕਰ ਰਹੇ ਹੋ, ਜਿਹੜਾ ਸੌਦਾ ਤੁਸੀਂ ਇਕੱਠਾ ਕੀਤਾ ਹੈ, ਚੇਤੇ 'ਚ ਰੱਖਿਓ ਜਿੱਥੇ ਜਾ ਕੇ ਤੁਸੀਂ ਇਹ ਵੇਚਣਾ ਹੈ ਨਾ, ਜੇ ਗਾਹਕ, ਜੇ ਸ਼ਾਹ ਜਿਹਨੂੰ ਜਾ ਕੇ ਸਮਾਨ ਤੁਸੀਂ ਵੇਚਣਾ ਹੈ, ਉਹ ਅੱਗੇ ਪਾਰਖੂ ਨਿਕਲਿਆ ਨਾ, ਤੇ ਤੁਹਾਡਾ ਖੋਟਾ ਸਮਾਨ ਵਿਕਣਾ ਨਹੀਂ, ਇਹਦਾ ਮੁੱਲ ਨਹੀਂ ਪੈਣਾ, ਇਹਨੂੰ ਕੋਈ ਸਨਮਾਨ ਨਹੀਂ ਮਿਲਣਾ। ਇਸ ਲਈ ਭਗਤ ਜੀ ਨੇ ਇਹ ਉਦਾਹਰਣ ਇਸ ਸ਼ਬਦ ਵਿੱਚ ਦਿੱਤੀ। ਇੱਕ ਸ਼ਬਦ ਉਹਨਾਂ ਨੇ ਰਹਾਉ ਦੇ ਬੰਦ ਵਿੱਚ ਵਰਤਿਆ, ਐਸਾ ਨਾਇਕ ਰਾਮ ਹਮਾਰਾ। ਨਾਇਕ ਸ਼ਬਦ ਜਿਹੜਾ ਹੈ ਭਗਤ ਰਵਿਦਾਸ ਜੀ ਨੇ ਬਹੁਤ ਵਾਰ ਆਪਣੀ ਬਾਣੀ 'ਚ ਵਰਤਿਆ। ਨਾਇਕ ਸ਼ਬਦ ਦਾ ਅਰਥ ਹੈ ਜਿਹੜਾ ਵਣਜਾਰਿਆਂ ਦਾ ਆਗੂ ਹੁੰਦਾ ਹੈ, ਵਪਾਰੀਆਂ ਦਾ ਮੁਖੀ ਸਰਦਾਰ ਹੁੰਦਾ ਹੈ, ਉਹਨੂੰ ਨਾਇਕ ਕਿਹਾ ਜਾਂਦਾ। ਕਹਿੰਦੇ ਨੇ ਅਸੀਂ ਸਾਰੇ ਜੀਵ ਵਪਾਰੀ ਹਾਂ, ਤੇ ਸਾਡਾ ਆਗੂ ਕੌਣ ਹੈ? ਵਾਹਿਗੁਰੂ ਆਪ ਅਕਾਲ ਪੁਰਖ। ਸਰੀਰ ਵੀ ਉਹਨੇ ਸਾਨੂੰ ਦਿੱਤਾ ਹੈ, ਸਾਹ ਵੀ ਉਹਨੇ ਸਾਨੂੰ ਦਿੱਤੇ ਨੇ, ਜਿੰਦ ਵੀ ਸਾਡੇ ਸਰੀਰ 'ਚ ਉਹਨੇ ਪਾਈ ਹੈ, ਇਹ ਸੰਸਾਰ ਦਾ ਵਰਤਾਰਾ ਵੀ ਉਹਨੇ ਵਰਤਾਇਆ। ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਅਜਿਹਾ ਆਗੂ ਸਰਦਾਰ ਹੈ, ਅਜਿਹਾ ਨਾਇਕ ਹੈ, ਅਜਿਹਾ ਮੁਖੀ ਹੈ, ਸਗਲ ਸੰਸਾਰ ਕੀ ਉਹ ਬਣ ਜਾ। ਸਾਰੇ ਸੰਸਾਰ ਦੇ ਜੀਵ ਉਹਨੇ ਬਣਾਏ, ਪੈਦਾ ਕੀਤੇ, ਸਿਰਜੇ ਨੇ, ਤੇ ਮਾਨੋ ਸਾਰੇ ਜੀਵ ਹੀ ਵਪਾਰੀ ਨੇ, ਵਣਜਾਰੇ ਨੇ, ਜਿਹੜੇ ਆਪਣੇ 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 ਕਰਮਾਂ ਦਾ ਵਪਾਰ ਕਰ ਰਹੇ ਨੇ। ਸਾਰੇ ਕੋਈ ਬੁਰਾਈ ਦਾ, ਕੋਈ ਚੰਗਿਆਈ ਦਾ, ਕੋਈ ਪਾਪ ਦਾ, ਕੋਈ ਪੁੰਨ ਦਾ, ਕੋਈ ਧਰਮ ਦਾ, ਕੋਈ ਅਧਰਮ ਦਾ, ਕੋਈ ਸਹੀ ਦਾ, ਕੋਈ ਗਲਤ ਦਾ, ਕੋਈ ਗੁਣ ਇਕੱਠੇ ਕਰਦਾ, ਕੋਈ ਔਗਣ ਇਕੱਠੇ ਕਰਦਾ। ਤੇ ਜਿਹੜੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਭਗਤ ਕਬੀਰ ਜੀ ਮਹਾਰਾਜ ਨੇ, ਉਹ ਫਰਮਾਉਂਦੇ ਨੇ, ਕਹਿੰਦੇ ਨੇ ਪਾਪ ਪੁੰਨ ਦੋਇ ਬੈਲ ਵਿਸਾਹੇ ਪਵਨ ਪੂੰਜੀ ਪ੍ਰਗਾਸਿਓ। ਕਹਿੰਦੇ ਨੇ ਇੱਕ ਗੱਡਾ ਹੁੰਦਾ ਹੈ ਨਾ, ਬੈਲ ਗੱਡੀ, ਉਹਦੇ ਅੱਗੇ ਦੋ ਬਲਦ ਨੇ ਜਿਹੜੇ ਉਸ ਗੱਡੀ ਨੂੰ, ਬੈਲ ਗੱਡੀ ਨੂੰ ਖਿੱਚਦੇ ਨੇ। ਸਾਡੇ ਕੋਲ ਦੋ ਬੈਲ ਨੇ, ਇੱਕ ਹੈ, ਇੱਕ ਦਾ ਨਾਮ ਪਾਪ ਹੈ, ਦੂਜੇ ਦਾ ਨਾਮ ਪੁੰਨ ਹੈ। ਸਮਝੋ ਇਹ ਦੋ ਬੈਲ ਜਿਹੜੇ ਸਰੀਰ ਦੇ ਗੱਡੇ ਨੂੰ ਖਿੱਚ ਰਹੇ। ਸਰੀਰ ਗੱਡੀ ਹੈ, ਦੋ ਬੈਲ ਇਹਨੂੰ ਖਿੱਚ ਰਹੇ ਨੇ, ਇੱਕ ਪਾਪ ਇੱਕ ਪੁੰਨ। ਜਾਨੀ ਕਿ ਸਾਡੇ ਅੰਦਰ ਦੋਵੇਂ ਤਰ੍ਹਾਂ ਦੀ ਪੋਸੀਬਿਲਿਟੀ ਹੈ, ਪਾਪ ਕਰਨ ਦੀ ਵੀ, ਪੁੰਨ ਕਰਨ ਦੀ ਵੀ। ਅਸੀਂ ਸਹੀ ਵੀ ਕਰ ਸਕਦੇ ਹਾਂ, ਗਲਤ ਵੀ ਕਰ ਸਕਦੇ ਹਾਂ। ਅਸੀਂ ਪਾਪ ਵੀ ਕਮਾ ਸਕਦੇ ਹਾਂ, ਪੁੰਨ ਵੀ ਕਮਾ ਸਕਦੇ ਹਾਂ। ਅਸੀਂ ਚੰਗਿਆਈ ਵੀ ਇਕੱਠੀ ਕਰ ਸਕਦੇ ਹਾਂ, ਬੁਰਾਈ ਵੀ। ਦੋਵੇਂ ਸੰਭਾਵਨਾਵਾਂ ਸਾਡੇ ਅੰਦਰ ਮੌਜੂਦ ਨੇ, ਕੁਦਰਤ ਨੇ ਪੈਦਾ ਕੀਤੀਆਂ। ਵੀ ਅਸੀਂ ਆਪਣੇ ਕਰਮ ਚੰਗੇ ਵੀ ਬਣਾ ਸਕਦੇ ਹਾਂ ਤੇ ਮਾੜੇ ਵੀ ਬਣਾ ਸਕਦੇ ਹਾਂ, ਕੁਰਾਏ ਵੀ ਪੈ ਸਕਦੇ ਹਾਂ ਤੇ ਸਹੀ ਰਾਹ ਤੇ ਵੀ ਤੁਰ ਸਕਦੇ ਹਾਂ। ਇਸ ਵਾਸਤੇ ਦੋਵੇਂ ਕਿਸਮ ਦੀਆਂ ਸੰਭਾਵਨਾਵਾਂ ਸਾਡੀ ਲਾਈਫ ਵਿੱਚ, ਸਾਡੇ ਜੀਵਨ 'ਚ, ਸਾਡੇ ਮਨ 'ਚ ਮੌਜੂਦ ਹੁੰਦੀਆਂ। ਸਹੀ ਤੇ ਗਲਤ ਦੋਵੇਂ ਚੀਜ਼ਾਂ ਹੀ। ਸਮਝੋ ਇਹ ਦੋਵੇਂ ਬੈਲ ਨੇ, ਪਾਪ ਤੇ ਪੁੰਨ। ਇੱਕ ਦਾ ਨਾਮ ਅਸੀਂ ਸਹੀ ਦਾ ਨਾਂ ਰੱਖਿਆ ਪੁੰਨ, ਤੇ ਗਲਤ ਦਾ ਨਾਮ ਰੱਖਿਆ ਪਾਪ। ਜੋ ਬੁਰਾ ਹੈ ਉਸ ਦਾ ਨਾਂ ਰੱਖਿਆ ਅਸੀਂ ਪਾਪ, ਜੋ ਸਹੀ ਹੈ, ਚੰਗਿਆਈ ਹੈ, ਉਸ ਦਾ ਨਾਂ ਰੱਖਿਆ ਅਸੀਂ ਪੁੰਨ। ਇਹ ਸਮਝੋ ਦੋ ਬੈਲ ਨੇ ਜਿਹੜੇ ਸਰੀਰ ਦੇ ਗੱਡੇ ਨੂੰ ਖਿੱਚ ਰਹੇ, ਰਲ ਕੇ ਖਿੱਚ ਰਹੇ। ਪਾਪ ਪੁੰਨ ਦੋਇ ਬੈਲ ਵਿਸਾਹੇ।
ਪਵਨ ਪੂੰਜੀ ਪ੍ਰਗਾਸਿਓ। ਹੁਣ ਸਰੀਰ ਗੱਡਾ ਹੈ ਤੇ ਪਾਪ ਤੇ ਪੁੰਨ ਦੋ ਬੈਲ ਨੇ। ਤੇ ਸਾਡੀ ਜਿਹੜੀ ਜੀਵ ਆਤਮਾ ਹੈ, ਜਿਹੜੀ ਸਾਡੇ ਅੰਦਰ ਚੇਤਨਾ ਹੈ, ਉਹ ਸਮਝੋ ਵੀ ਵਪਾਰੀ ਹੈ। ਉਹਦਾ ਇਹ ਗੱਡਾ ਹੈ ਸਰੀਰ, ਤੇ ਪਾਪ ਤੇ ਪੁੰਨ ਉਹਦੇ ਦੋ ਬੈਲ ਨੇ। ਪਰ ਉਹਦੇ ਕੋਲ ਪੂੰਜੀ ਕਿਹੜੀ ਇਨਵੈਸਟਮੈਂਟ ਕਰਨ ਲਈ? ਭਗਤ ਕਬੀਰ ਜੀ ਕਹਿੰਦੇ ਨੇ ਸਾਹ, ਪਵਨ। ਪਵਨ ਦਾ ਮਤਲਬ ਹੈ ਹਵਾ, ਸਵਾਸ, ਸਾਹ ਜਿਹੜੇ ਅਸੀਂ ਲੈਂਦੇ ਹਾਂ। ਕਹਿੰਦੇ ਸਾਹਾਂ ਦੀ ਅਸੀਂ ਇਨਵੈਸਟਮੈਂਟ ਕਰਦੇ ਹਾਂ, ਸਾਹ ਖਰਚ ਕਰਦੇ ਹਾਂ, ਸਮਾਂ ਖਰਚ ਕਰਦੇ ਹਾਂ ਜ਼ਿੰਦਗੀ ਦਾ। ਇਹ ਸਾਡੇ ਕੋਲ ਸਭ ਤੋਂ ਕੀਮਤੀ ਪੂੰਜੀ ਹੈ ਜਿਹੜੀ ਅਸੀਂ ਇਨਵੈਸਟ ਕੀਤੀ। ਪ੍ਰਗਾਸਿਓ, ਸੰਸਾਰ ਵਿੱਚ ਆ ਕੇ ਅਸੀਂ ਸਾਹ ਖਰਚ ਕਰਦੇ ਹਾਂ। ਸਰੀਰ ਦਾ ਗੱਡਾ ਪਾਪ ਤੇ ਪੁੰਨ ਦੋ ਬੈਲ ਖਿੱਚਦੇ ਨੇ। ਜੀਵ ਆਤਮਾ ਵਪਾਰੀ ਹੈ। ਹੁਣ ਅਗਲਾ ਪੱਖ ਸਮਝੀਏ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਕਹਿੰਦੇ ਨੇ ਸਮਾਨ ਕਾਹਦਾ ਲੱਦ ਲਿਆ ਅਸੀਂ? ਕਹਿੰਦੇ ਅਸੀਂ ਕਰ ਲਿਆ ਖੋਟਾ ਵਪਾਰ, ਗਲਤ ਚੀਜ਼ ਖਰੀਦ ਲਈ। ਕੀਮਤੀ ਸਾਹ ਖਰਚ ਕਰਕੇ ਅਸੀਂ ਕੀ ਖਰੀਦਿਆ? ਤ੍ਰਿਸ਼ਨਾ। ਸਾਹਾਂ ਦੀ ਇਨਵੈਸਟਮੈਂਟ ਕਰਕੇ ਅਸੀਂ ਕਿਹੜਾ ਕੱਚਾ ਸੌਦਾ ਕਰ ਲਿਆ? ਖੋਟਾ ਸੌਦਾ ਕਰ ਲਿਆ, ਘਟੀਆ ਮਾਲ ਲੱਦ ਲਿਆ। ਉਹਨੂੰ ਪਾਣੀ ਨੇ ਕਿਹਾ ਤ੍ਰਿਸ਼ਨਾ। ਤ੍ਰਿਸ਼ਨਾ ਦਾ ਮਤਲਬ ਕੀ ਹੈ? ਜਿੱਥੇ ਸੈਟਿਸਫੈਕਸ਼ਨ ਨਹੀਂ ਹੈ, ਇੱਕ ਭੁੱਖ ਐਸੀ ਜਿਹਦਾ ਕੋਈ ਪਾਰਾਵਾਰ ਹੀ ਨਹੀਂ, ਜਿਹਦਾ ਕੋਈ ਅੰਤ ਹੀ ਨਹੀਂ, ਜਿਹਦਾ ਕੋਈ ਸਿਰਾ ਹੀ ਨਹੀਂ, ਜਿਹਦੇ ਵਿੱਚ ਕਿਤੇ ਤ੍ਰਿਪਤੀ ਨਹੀਂ, ਰਜੇਵਾਂ ਨਹੀਂ, ਸੈਟਿਸਫੈਕਸ਼ਨ ਨਹੀਂ, ਸੰਤੁਸ਼ਟੀ ਨਹੀਂ, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਜਿਸ ਨੂੰ ਬਾਣੀ ਨੇ ਅੱਗ ਵੀ ਕਿਹਾ। ਮਹਾਰਾਜ ਨੇ ਬਾਣੀ 'ਚ ਉਦਾਹਰਣ ਦਿੱਤੀ, ਕਹਿੰਦੇ ਤੁਸੀਂ ਲੱਕੜਾਂ ਨੂੰ ਅੱਗ ਲਾਈ, ਲੱਕੜਾਂ ਬਲਣ ਲੱਗ ਪਈ। ਹੁਣ ਤੁਸੀਂ ਜਿੰਨੀਆਂ ਵੀ ਹੋਰ ਲੱਕੜਾਂ ਵਿੱਚ ਪਾਉਂਦੇ ਜਾਓਗੇ, ਉਹ ਅੱਗ ਓਨੀਆਂ ਹੀ ਲੱਕੜਾਂ ਸਾੜ ਕੇ ਸੁਆਹ ਕਰਦੀ ਜਾਏਗੀ। ਤੇ ਜੇ ਤੁਸੀਂ ਇਸ ਭੁਲੇਖੇ ਵਿੱਚ ਹੋ ਨਾ ਵੀ ਅਸੀਂ ਇਹਦੇ 'ਚ ਇੰਨਾ ਕੁ ਬਾਲਣ ਸੁੱਟ ਦਈਏ ਵੀ ਜਦੋਂ ਅੱਗ ਰੱਜ ਜਾਏਗੀ ਆਪੇ ਬੁਝ ਜਾਏਗੀ, ਕਹਿੰਦੇ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ। ਕਿਉਂਕਿ ਜਿੰਨੀਆਂ ਤੁਸੀਂ ਲੱਕੜਾਂ, ਜਿੰਨਾ ਬਾਲਣ ਪਾਉਂਦੇ ਜਾਓਗੇ, ਅੱਗ ਓਨਾ ਹੀ ਸਾੜ ਕੇ ਸੁਆਹ ਕਰਦੀ ਜਾਏਗੀ, ਅੱਗ ਰੱਜੇਗੀ ਨਹੀਂ। ਇਹ ਉਦਾਹਰਣ ਕਿਸ ਤਰ੍ਹਾਂ ਦਿੱਤੀ ਹੈ ਮਹਾਰਾਜ ਨੇ? ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਗਾਈ। ਕਹਿੰਦੇ ਨੇ ਵੀ ਜਿਹੜੀ ਤ੍ਰਿਸ਼ਨਾ ਹੈ ਉਹ ਸਮਝੋ ਅੱਗ ਵਾਂਗ ਹੈ। ਜਿੰਨਾ ਕੁਝ ਵੀ ਸੰਸਾਰ ਦਾ ਸਾਨੂੰ ਮਿਲਦਾ ਜਾਂਦਾ ਹੈ, ਕੱਲ ਥੋੜਾ ਸੀ, ਅੱਜ ਜ਼ਿਆਦਾ ਹੈ, ਕੱਲ ਹੋਰ ਜ਼ਿਆਦਾ, ਪਰਸੋਂ ਹੋਰ, ਜਿੰਨਾ ਕੁਝ ਵੀ ਸਾਨੂੰ ਮਿਲ ਜਾਏ, ਕਹਿੰਦੇ ਨੇ ਬੰਦਾ ਉਹ ਇੱਕ ਬਿਰਤੀ ਦਾ ਨਾਮ ਹੈ ਤ੍ਰਿਸ਼ਨਾ। ਕਹਿੰਦੇ ਐਸੀ ਬਿਰਤੀ ਵੀ ਜਿੰਨਾ ਕੁਝ ਮਿਲਦਾ ਜਾ ਰਿਹਾ ਨਾ, ਬੰਦਾ ਉਹਦੇ ਵਿੱਚ ਰੋਈ ਜਾ ਰਿਹਾ, ਰੱਜ ਨਹੀਂ ਰਿਹਾ, ਖੁਸ਼ ਨਹੀਂ ਹੋ ਪਾ ਰਿਹਾ, ਉਹਨੂੰ ਸੈਟਿਸਫੈਕਸ਼ਨ ਨਹੀਂ ਮਿਲ ਰਹੀ। ਉਹ ਜਿੰਨਾ ਕੁਝ ਵੀ ਉਹਨੂੰ ਮਿਲਦਾ ਹੈ ਉਹ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ। ਚਾਹੀਦਾ ਤੇ ਇਹ ਹੈ ਕਿ ਕੱਲ ਥੋੜਾ ਸੀ ਜਾਂ ਹੈ ਨਹੀਂ ਸੀ, ਅੱਜ ਥੋੜਾ ਮਿਲਿਆ, ਤੇ ਬੰਦੇ ਦਾ ਅੱਗੇ ਨਾਲੋਂ ਬਿਹੇਵੀਅਰ ਦੇ ਵਿੱਚ ਫਰਕ ਪਵੇ, ਸੁਭਾਅ ਵਿਹਾਰ 'ਚ ਫਰਕ ਪਵੇ, ਉਹਦੇ ਅੰਦਰ ਕੋਈ ਰਜੇਵਾਂ ਪੈਦਾ ਹੋਵੇ, ਉਹਦੇ ਅੰਦਰ ਕੋਈ ਵਿਹਾਰ ਦੇ ਵਿੱਚ ਤਬਦੀਲੀ ਹੈ। ਕਹਿੰਦੇ ਉਹ ਕੋਈ ਨਹੀਂ ਪਈ, ਫਰਕ ਕੋਈ ਨਹੀਂ ਪਈ, ਉਹ ਉੱਥੇ ਹੀ ਖੜਾ। ਕੱਲ ਚੀਜ਼ਾਂ ਥੋੜੀਆਂ ਸਨ ਜਾਂ ਨਹੀਂ ਸਨ, ਅੱਜ ਮਿਲ ਗਈਆਂ ਨੇ, ਪਰ ਇਹ ਬੰਦਾ ਕੱਲ ਵਾਲਾ ਹੀ ਹੈ, ਸੁਭਾਅ ਦਾ ਕੱਲ ਵਾਲਾ ਹੀ ਹੈ। ਰਜੇਵਾਂ ਕੋਈ ਨਹੀਂ, ਤ੍ਰਿਪਤੀ ਕੋਈ ਨਹੀਂ, ਸੰਤੁਸ਼ਟੀ ਕੋਈ ਨਹੀਂ। ਯਾਨੀ ਕਿ ਅੰਦਰ ਜਿਹੜੀ ਇੱਕ ਦੁਖਦਾਈ ਅਵਸਥਾ ਹੈ, ਜਿਹੜੀ ਭੁੱਖ ਹੈ, ਮਾਨੋ ਖੂਹ ਪੁੱਟਿਆ ਹੋਇਆ ਵੀ ਉਹਦੇ ਜੋ ਕੁਝ ਡਿੱਗੀ ਜਾਏ, ਡਿੱਗੀ ਜਾਏ, ਡਿੱਗੀ ਜਾਏ, ਕਿਸੇ ਵੀ ਗੱਲ ਦੇ ਉੱਤੇ ਖੁਸ਼ ਨਹੀਂ ਹੁੰਦਾ, ਕਿਸੇ ਵੀ ਗੱਲ ਉੱਤੇ, ਕਿਸੇ ਵੀ ਗੱਲ ਉੱਤੇ ਇਹਨੂੰ ਸੰਤੁਸ਼ਟੀ ਨਹੀਂ। ਤੇ ਜੇ ਸੰਤੁਸ਼ਟ ਨਹੀਂ ਹੈ ਬੰਦਾ, ਅੰਦਰ ਖੇੜਾ ਨਹੀਂ ਆਏਗਾ, ਵਿਗਾਸ ਨਹੀਂ ਆਏਗਾ, ਟੱਕਰਾਂ ਮਾਰੇਗਾ ਆਸੇ ਪਾਸੇ। ਇਹ ਜਿਹੜੀ ਮਨੋ ਅਵਸਥਾ ਹੈ, ਇਸ ਨੂੰ ਮਹਾਰਾਜ ਨੇ ਰੋਗ ਲਿਖਿਆ, ਬਿਮਾਰੀ 'ਚ ਬਿਮਾਰੀ, ਬਾਣੀ ਵਿੱਚ ਇਸ ਨੂੰ ਬਿਮਾਰੀ ਲਿਖਿਆ ਹੈ ਵੀ ਇਹ ਇੱਕ ਆਤਮਿਕ ਰੋਗ ਹੈ। ਜਿਵੇਂ ਸਰੀਰ ਨੂੰ ਡਿਜ਼ੀਜ਼ ਲੱਗਦੀ ਹੈ, ਰੋਗ ਲੱਗਦਾ, ਇਸੇ ਤਰ੍ਹਾਂ ਮਨ ਤੇ ਆਤਮਾ ਦੇ ਵੀ ਰੋਗ ਹੈ। ਤਾਂ ਤ੍ਰਿਸ਼ਨਾ ਮਨ ਦਾ ਰੋਗ ਹੈ, ਆਤਮਾ ਦਾ ਰੋਗ ਹੈ। ਹਮੇਸ਼ਾ ਢਹਿੰਦੀ ਕਲਾ ਤੇ ਨੈਗੇਟਿਵਿਟੀ ਵਿੱਚ ਰਹਿਣਾ, ਹਮੇਸ਼ਾ ਇਹੋ ਜਿਹੀ ਬਿਰਤੀ ਰੱਖਣਾ ਜਿਹਦੇ ਵਿੱਚ ਕੋਈ ਰਜੇਵਾਂ, ਸੰਤੁਸ਼ਟੀ ਤੇ ਤ੍ਰਿਪਤੀ ਹੀ ਨਾ ਹੋਵੇ, ਭਾਵੇਂ ਜੋ ਮਰਜ਼ੀ ਮਿਲ ਜਾਏ ਬੰਦੇ ਦੇ ਅੰਦਰੋਂ ਉਹੀ ਹਾਲਤ ਰਹਿੰਦੀ, ਦੁੱਖ ਭਰੀ ਹਾਲਤ।
ਆਪਣੀ ਭੁੱਖ ਜਤਾਉਣ ਵਾਲੀ ਹਾਲਤ, ਢਹਿੰਦੀ ਕਲਾ ਤੇ ਰੋਣ ਵਾਲੀ ਹਾਲਤ। ਕਹਿੰਦੇ ਨੇ ਐਸੀ ਬਿਰਤੀ ਵਾਲੇ ਨੂੰ ਕੌਣ ਦੁਨੀਆ 'ਚ ਖੁਸ਼ ਕਰ ਸਕਦਾ। ਜਪਜੀ ਸਾਹਿਬ ਦੀ ਬਾਣੀ ਜਦੋਂ ਆਪ ਪੜ੍ਹਦੇ ਹੋ, ਇਹ ਜਿਹੜੀ ਪੰਕਤੀ ਆਉਂਦੀ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਇਹ ਉਸ ਮਨੋਸਥਿਤੀ ਦਾ ਹੀ ਸਤਿਗੁਰੂ ਨੇ ਬਾਣੀ 'ਚ ਜ਼ਿਕਰ ਕੀਤਾ। ਇਹਦੀ ਭੁੱਖ ਕੋਈ ਦੂਰ ਨਹੀਂ ਕਰ, ਭਾਵੇਂ ਤਿੰਨਾਂ ਭਵਨਾਂ ਦੇ ਪਦਾਰਥਾਂ ਦੇ ਢੇਰ ਬੰਨ੍ਹ ਕੇ ਦੇ ਸਾਹਮਣੇ ਰੱਖ ਦੋ ਵੀ ਇਹ ਸਾਰਾ ਕੁਝ ਤੇਰਾ ਹੀ ਹੈ, ਜੋ ਵੀ ਹੈ ਸਭ ਤੇਰਾ ਹੈ, ਫਿਰ ਵੀ ਅੰਦਰ ਟਿਕਾ ਨਹੀਂ ਆਏਗਾ। ਉਹ ਜਿਹੜਾ ਟਿਕਾ ਨਹੀਂ ਨਾ ਬਣਦਾ, ਉਹ ਜਿਹੜੀ ਬਿਮਾਰੀ ਹੈ ਜਿਹੜੀ ਟਿਕਾ ਵੰਡ ਨਹੀਂ ਦਿੰਦੀ, ਉਹਨੂੰ ਤ੍ਰਿਸ਼ਨਾ ਲਿਖਿਆ ਬਾਣੀ 'ਚ। ਇਸ ਵਾਸਤੇ ਜ਼ੂਰ ਨੇ ਕਿਹਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ, ਅਨਕ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁਝੀ ਹੈ। ਉਹਨੂੰ ਆਪਣੀ ਜਿਹੜੀ ਜੋ ਆਪਣਾ ਹੈ ਨਾ ਉਹਦੇ ਕੋਲ, ਉਹਦੇ ਵਿੱਚ ਉਹਨੂੰ ਤਸੱਲੀ ਨਹੀਂ ਹੁੰਦੀ। ਉਹਦਾ ਜੀ ਕਰਦਾ ਵੀ ਮੈਂ ਦੂਜੇ ਦਾ ਵੀ ਹੜੱਪ ਲਵਾਂ। ਜਦੋਂ ਉਹਦਾ ਕੁਝ ਖੋਹ ਲਵੇ ਜਾਂ ਧੋਖਾ ਜ਼ਾਲਸਾ ਜੋ ਵੀ ਕਰੇ, ਠੱਗੀ ਠੋਰੀ ਮਾਰੇ, ਚੋਰੀ ਚਕਾਰੀ ਕਰੇ, ਉਹਦਾ ਜਦੋਂ ਹਥਿਆ ਲੈਂਦਾ ਹੈ ਨਾ, ਉਹਨੂੰ ਚਾਅ ਚੜ੍ਹਦਾ, ਖੁਸ਼ੀ ਹੁੰਦੀ ਹੈ। ਫਿਰ ਇਹ ਨਹੀਂ ਵੀ ਚਲੋ ਇਹਨੇ ਇਸ ਤਰ੍ਹਾਂ ਕਰ ਲਿਆ ਤਾਂ ਚਲੋ ਹੁਣ ਹੀ ਰੱਜ ਜਾਏ, ਫਿਰ ਅੱਗੇ ਤੁਰ ਪੈਂਦਾ। ਯਾਨੀ ਕਿ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਤਸੱਲੀ ਨਹੀਂ, ਉਹਨੂੰ ਆਪਣੇ 'ਚ ਵੀ ਤਸੱਲੀ ਨਹੀਂ ਸੀ। ਇੱਕ ਦਾ ਹੜਾਪ ਲਿਆ ਤਾਂ ਵੀ ਤਸੱਲੀ ਨਹੀਂ ਹੋਈ, ਹੁਣ ਉਹ ਦੂਜੇ ਵੱਲ ਹੋਇਆ, ਫਿਰ ਉਹ ਤੀਜੇ ਵੱਲ ਹੋਇਆ, ਫਿਰ ਉਹ ਚੌਥੇ ਵੱਲ ਹੋਇਆ। ਉਹਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਟੱਕਰਾਂ ਮਾਰਦਿਆਂ ਲੰਘ ਜਾਂਦੀ, ਖੁਸ਼ ਨਹੀਂ ਹੈ ਜਾਨੇ। ਕਹਿੰਦੇ ਨੇ ਇਹ ਜਿਹੜੀ ਸਥਿਤੀ ਹੈ ਤ੍ਰਿਸ਼ਨਾ, ਇਹ ਤ੍ਰਿਸ਼ਨਾ ਦਾ ਮਾਲ ਅਸੀਂ ਗੂਣ ਭਰ ਕੇ ਗੱਡੇ ਵਿੱਚ ਲੱਦ ਲਿਆ। ਗੂਣ ਕਹਿੰਦੇ ਨੇ ਬੋਰੀ ਨੂੰ ਜਾਂ ਪੰਡ ਨੂੰ। ਜਿਸ ਮਾਲ ਕਿਸੇ ਚੀਜ਼ 'ਚ ਪੈਕ ਕੀਤਾ ਜਾਂਦਾ ਹੈ ਨਾ, ਅੱਜ ਕੱਲ੍ਹ ਪੈਕਿੰਗ ਦੇ ਸਮਾਨ ਹੋ, ਪੁਰਾਣੇ ਸਮੇਂ 'ਚ ਜਾਂ ਡੱਬਿਆਂ 'ਚ, ਲੱਕੜ ਦੇ ਡੱਬਿਆਂ 'ਚ ਪਾ ਲੈਣਾ, ਜਾਂ ਬੋਰੀਆਂ ਭਰ ਲੈਣੀਆਂ, ਜਾਂ ਪੰਡਾਂ ਬੰਨ੍ਹ ਕੇ ਲੱਦ ਲੈਣਾ, ਉਹਨੂੰ ਗੂਣ ਕਹਿੰਦੇ ਸਨ। ਛੱਟ, ਜਿਵੇਂ ਕਹਿੰਦੇ ਛੱਟ ਭਰਨੀ, ਛੱਟ ਲਾਉਣੀ, ਉਹਨੂੰ ਛੱਟ ਜਾਂ ਪੰਡ ਜਾਂ ਬੋਰੀ ਕਹਿੰਦੇ ਸਨ। ਕਹਿੰਦੇ ਨੇ ਜਿਹੜਾ ਸਾਡਾ ਅੰਤःਕਰਨ ਹੈ, ਜਿਹੜਾ ਸਾਡਾ ਅੰਤःਕਰਨ ਦਾ ਮਤਲਬ ਹੈ ਜਿਹੜੀ ਸਾਡੀ ਸੁਰਤ ਦੀ ਪਾਵਰ ਹੈ, ਉਹ ਸਮਝੋ ਕਿ ਬੋਰੀ ਹੈ। ਉਹਦੇ ਵਿੱਚ ਅਸੀਂ ਤ੍ਰਿਸ਼ਨਾ ਦਾ ਮਾਲ ਭਰ ਕੇ ਤੇ ਗੱਡੇ ਉੱਤੇ ਧਰ ਲਿਆ। ਸਰੀਰ ਦੇ ਗੱਡੇ ਉੱਤੇ ਪਾਪ ਤੇ ਪੁੰਨ ਦੋਵੇਂ ਬੈਲ ਖਿੱਚ ਰਹੇ ਨੇ। ਆਹ ਅਸੀਂ ਸਮਾਨ ਲੱਦਿਆ ਹੋਇਆ, ਇਹਨੂੰ ਅਸੀਂ ਵੇਚਣ ਤੁਰੇ ਹੋਏ, ਤ੍ਰਿਸ਼ਨਾ ਦਾ ਮੁੱਲ ਪਵਾਉਣ ਤੁਰੇ ਹੋਏ, ਜਿਹਦੇ ਚੋਂ ਨਿਕਲਣਾ ਹੀ ਕੱਖ ਨਹੀਂ। ਤ੍ਰਿਸ਼ਨਾ ਗੂਣ ਭਰੀ ਕਟ ਭੀਤਰ, ਇਨ ਬਿਦ ਟਾਂਡ ਵਿਸਾਇਓ। ਕਹਿੰਦੇ ਨੇ ਆਹ ਅਸੀਂ ਟਾਂਡਾ ਲੱਦਿਆ ਹੋਇਆ। ਟਾਂਡਾ ਕੀ ਹੈ? ਸਾਡੇ ਸਾਰੇ ਗਿਆਨ ਇੰਦਰੀ। ਇਹ ਹੈ ਅਸੀਂ ਵਪਾਰ ਕਰਨ ਤੁਰੇ ਹੋਏ, ਇਸ ਤਰ੍ਹਾਂ ਅਸੀਂ ਵਪਾਰੀ ਬਣੇ ਹੋਏ ਹਾਂ। ਯਾਨੀ ਕਿ ਕੱਚ ਵੇਚਣ ਤੁਰੇ ਹੋਏ, ਜ਼ਹਿਰ ਵੇਚਣ ਤੁਰੇ ਹੋਏ ਆ, ਔਗਣ ਇਕੱਠੇ ਕਰਕੇ, ਔਗਣਾ ਸਾਹਾਂ ਦੀ ਇਨਵੈਸਟਮੈਂਟ ਕਰਕੇ ਔਗਣਾ ਦਾ ਮਾਲ ਇਕੱਠਾ ਕਰਦੇ ਆ, ਤੇ ਫਿਰ ਚਾਹੁੰਦੇ ਵੀ ਇਹਦਾ ਮੁੱਲ ਬਿਹਤਰ ਪੈ ਜਾਏ। ਕਿਵੇਂ ਪੈ ਜਾਏ? ਜਿਹੜੀ ਚੀਜ਼ ਦਾ ਅਸੀਂ ਮੁੱਲ ਪਵਾਉਣਾ ਚਾਹੁੰਦੇ ਹਾਂ, ਉਹ ਚੀਜ਼ ਕਿੰਨੀ ਕੁ ਖਰੀ ਤੇ ਖੋਟੀ ਅਸੀਂ ਪਰਖੀ ਹੈ। ਅਸੀਂ ਹਉਮੈ ਦੀ ਪੰਡ ਚੁੱਕ ਕੇ ਤੁਰਦੇ ਹਾਂ ਤੇ ਆਖਦੇ ਹਾਂ ਵੀ ਸਾਡੀ ਹਉਮੈ ਦਾ ਮੁੱਲ ਪਾਓ। ਅਗਲਾ ਕਹਿੰਦਾ ਮੇਰੇ ਕੋਲੋਂ ਤਾਂ ਆਪਣੀ ਹਉਮੈ ਨਹੀਂ ਵਿਕਣ ਡਈ, ਮੈਂ ਤੇਰੀ ਦਾ ਮੁੱਲ ਕਿਵੇਂ ਪਾ ਦਿਆਂ। ਅਸੀਂ ਲੋਭ ਦੀ ਪੰਡ ਸਿਰ ਤੇ ਰੱਖ ਕੇ ਲਾਲਚ ਦੀ ਪੰਡ ਤੁਰਦੇ ਹਾਂ, ਤੇ ਦੂਜੇ ਨੂੰ ਆਨੇ ਕਹਿੰਦੇ ਆ ਵੀ ਮੇਰੇ ਲਾਲਚ ਦਾ ਮੁੱਲ ਪਾ, ਮੈਨੂੰ ਕੁਝ ਦੇ ਇਹਦਾ। ਉਹ ਕਹਿੰਦਾ ਮੇਰਾ ਲਾਲਚ ਆਪਣਾ ਅਜੇ ਘਰ ਪਿਆ ਹੈ ਵਿਕਣ ਵਾਲਾ, ਇਹਦਾ ਕੋਈ ਮੁੱਲ ਨਹੀਂ ਪਾਉਂਦਾ, ਤੇਰੇ ਦਾ ਕਿੱਥੋਂ ਪਾਵਾਂ। ਕ੍ਰੋਧ ਦੀ ਪੰਡ ਸਿਰ ਤੇ ਰੱਖ ਕੇ ਤੁਰਦੇ ਆ, ਅਗਲਾ ਕਹਿੰਦਾ ਜੀ ਮੇਰੇ ਕ੍ਰੋਧ ਦਾ ਮੁੱਲ ਪਾਓ, ਯਾਨੀ ਕਿ ਮੇਰੇ ਕ੍ਰੋਧ ਅੱਗੇ ਸਿਰ ਝੁਕਾ ਦਿਓ। ਅਗਲਾ ਕਹਿੰਦਾ ਕਿਉਂ, ਮੇਰੇ ਕੋਲ ਕ੍ਰੋਧ ਘੱਟ ਹੈ, ਸਾਡੇ ਘਰ ਤਾਂ ਆਪਣਾ ਬਹੁਤ ਹੈ, ਤੂੰ ਆਪਣਾ ਨਿਬੇੜ, ਮੈਨੂੰ ਆਪਣਾ ਨਿਬੇੜ। ਇਹ ਸਮਾਨ ਅਸੀਂ ਕੱਚ ਸਾਰੇ, ਇਹ ਵਿਕੇ ਕਿੱਥੇ? ਇਹਦੀ ਮੰਡੀ ਹੈ ਨਹੀਂ ਕੋਈ। ਹਰ ਕੋਲ ਆਪਣਾ ਆਪਣਾ ਸਮਾਨ ਹੀ ਇੰਨਾ ਜ਼ਿਆਦਾ। ਦੁਨੀਆ ਤਕਲੀਫ ਚੋਂ ਗੁਜ਼ਰ ਰਹੀ ਹੈ ਇਹਨਾਂ ਔਗਣਾ ਕਰਕੇ। ਚਾਹੀਦਾ ਕੀ ਹੈ ਸੰਸਾਰ?
ਖਿਮਾ ਕਰਨਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਵਾਕ ਕਿਹਾ, ਹਜ਼ੂਰ ਨੇ ਆਖਿਆ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ, ਹਰ ਬਿਨ ਜੀਓ ਜਲ ਬਲ। ਤ੍ਰਿਸ਼ਨਾ ਦੇ ਵਿੱਚ ਜਿੰਦ ਸੜ ਬੜ ਜਾ ਰਹੀ ਹੈ। ਮੈਂ ਗੁਰੂ ਨੂੰ ਪੁੱਛਿਆ, ਮਹਾਰਾਜ ਕੋਈ ਜਗ੍ਹਾ ਹੈ ਜਿੱਥੇ ਮੈਂ ਇਹ ਤ੍ਰਿਸ਼ਨਾ ਤੋਂ ਨਿਜਾਤ, ਮੇਰਾ ਸਮਾਨ ਵਿਕਦਾ ਨਹੀਂ, ਮੈਂ ਇਹ ਛੱਡ ਕੇ ਇਹ ਮੈਂ ਕੱਚਾ ਵਪਾਰ ਹੀ ਤਿਆਗ ਦਿਆਂ। ਹਜ਼ੂਰ ਨੇ ਆਖਿਆ, ਵਾਹਿਗੁਰੂ ਤੋਂ ਬਿਨਾਂ ਕੋਈ ਥਾਂ ਨਹੀਂ, ਇੱਕੋ ਹੀ ਜਗ੍ਹਾ ਹੈ। ਤੇ ਮੁਆਫ ਕਰਨਾ, ਜਿੰਨੇ ਮਜ਼ਹਬੀ ਅਸਥਾਨ ਨੇ, ਮਜ਼ਹਬ ਦੇ ਅਸਥਾਨ, ਅਸੀਂ ਵੀ ਤਾਂ ਉੱਥੇ ਲਾਲਚ ਹੀ ਵੇਚਦੇ ਹਾਂ, ਹੋਰ ਕੀ ਵੇਚਦੇ ਹਾਂ। ਗੁਰੂ ਕੋਲੋਂ ਸੰਤੁਸ਼ਟੀ ਕੌਣ ਮੰਗਦਾ? ਨਾ ਭਾਈ ਮੰਗਦਾ, ਨਾ ਸੰਗਤ ਮੰਗਦੀ ਹੈ। ਮੰਗਦਾ ਕੋਈ? ਨਾ ਮੈਂ ਸਬਰ ਮੰਗਦਾ, ਨਾ ਤੁਸੀਂ ਮੰਗਦੇ ਹੋ। ਨਾ ਮੈਂ ਗੁਰੂ ਨੂੰ ਕਹਿੰਦਾ ਸਤਿਗੁਰੂ ਧੀਰਜ ਸਬਰ ਦੇ, ਨਾ ਤੁਸੀਂ ਆਉਂਦੇ ਹੋ। ਅਸੀਂ ਸਾਰੇ ਲਾਲਚ ਹੀ ਮੰਗਦੇ ਹਾਂ। ਇੱਕ ਕਾਰ ਹੈ 20 ਕਾਰਾਂ ਹੋ ਜਾਣ, 4 ਟਰੱਕ ਨੇ 40 ਟਰੱਕ ਹੋ ਜਾਣ, ਇੱਕ ਦੁਕਾਨ ਹੈ 40 ਦੁਕਾਨਾਂ ਹੋ ਜਾਣ, ਕੀ ਮੰਗਦੇ ਹਾਂ ਅਸੀਂ? ਤੇ ਜਦੋਂ 40 ਹੁੰਦੀਆਂ ਨੇ ਫਿਰ ਵੀ ਰੋਂਦੇ ਹੀ ਆਉਂਦੇ ਆ, ਮਹਾਰਾਜ ਘਰ 'ਚ ਸੁੱਖ ਸ਼ਾਂਤੀ ਬਖਸ਼ੋ। ਤੂੰ ਮੰਗਿਆ ਕੀ ਹੈ? ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੇ ਕੋਲ ਕਿੱਤਾ ਨਹੀਂ, ਰੁਜ਼ਗਾਰ ਨਹੀਂ, ਵਪਾਰ ਨਹੀਂ ਹੋਣਾ ਚਾਹੀਦਾ, ਇਹਦਾ ਮਤਲਬ ਇਹ ਨਹੀਂ ਹੈ। ਪਰ ਅਸੀਂ ਮੰਗਦੇ ਕੀ ਹਾਂ? ਸਾਡੀ ਸਾਰਿਆਂ ਦੀ ਸੁਰਤ ਕਿੱਥੇ ਹੈ? ਅਸੀਂ ਸਾਰੇ ਦੇ ਸਾਰੇ ਹੀ, ਵਿੱਚੇ ਮੈਂ, ਵਿੱਚੇ ਤੁਸੀਂ, ਆਪਾਂ ਸਾਰੇ ਇੱਕ ਹੀ ਕਤਾਰ 'ਚ ਖੜੇ ਹਾਂ। ਅਸੀਂ ਤ੍ਰਿਸ਼ਨਾ ਹੀ ਮੰਗ ਰਹੇ ਹਾਂ। ਇਹ ਹੋਰ ਤੇ ਹੋਰ ਅਸੀਂ ਧਰਮ ਸਥਾਨਾਂ ਦੇ ਨਾਂ ਵੀ ਇਹੋ ਜਿਹੇ ਰੱਖ ਲਏ, ਆਸਾ ਪੂਰਨ, ਇੱਛਾ ਪੂਰਕ। ਅਗਲੇ ਨੂੰ ਲੱਗਦਾ ਹੈ ਅੱਛਾ ਜੋ ਵੀ ਮਨ 'ਚ ਆ ਜਾਏ ਤੁਸੀਂ ਉੱਥੇ ਜਾ ਕੇ ਕਹਿ ਦਿਓ। ਇਹਦਾ ਤਾਂ ਕੋਈ ਪਾਰਾਵਾਰ ਹੀ ਨਹੀਂ ਆਸਾ ਦਾ ਜਾਂ ਇੱਛਾ ਦਾ। ਕੋਈ ਹੈ ਇਹਦਾ ਕੋਈ ਐਂਡ ਹੈ? ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਜੇ ਨਾਂ ਰੱਖਣ ਵਾਲਿਆਂ ਨੇ ਬਾਣੀ ਪੜ੍ਹੀ ਹੁੰਦੀ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਨਿਰਾ ਇਸੇ ਤ੍ਰਿਸ਼ਨਾ ਨੂੰ ਸੱਦਾ ਦੇ ਰਹੇ ਆ। ਗੁਰੂ ਸਾਹਿਬ ਨੇ ਨਾਂ ਕੀ ਰੱਖੇ ਸਨ ਥਾਵਾਂ ਦੇ? ਅੰਮ੍ਰਿਤਸਰ, ਸੰਤੋਖਸਰ, ਵਿਵੇਕਸਰ, ਰਾਮਸਰ, ਕਰਤਾਰਪੁਰ, ਇਹ ਨਾਂ ਰੱਖੇ ਸਨ। ਕਿਤੇ ਰੱਖਿਆ ਅਜਿਹਾ ਨਾਂ? ਮਹਾਰਾਜ ਤਾਂ ਜਾਣਦੇ ਸਨ ਵੀ ਇੱਥੇ ਤਾਂ ਇੱਛਾਵਾਂ ਦੀ ਪੰਡ ਤਾਂ ਪਹਿਲਾਂ ਹੀ ਬੰਦਾ ਬੰਨੀ ਬੈਠਾ, ਇਹਦਾ ਤਾਂ ਕੋਈ ਪਾਰਾਵਾਰ ਹੀ ਨਹੀਂ। ਤੇ ਹੁਣ ਹਰ ਇੱਕ ਦੀ ਆਪਣੀ ਆਪਣੀ ਇੱਛਾ ਹੈ। ਡਾਕਟਰ ਆਉਂਦਾ, ਉਹ ਕਹਿੰਦਾ ਜੀ ਮਹਾਰਾਜ ਮੇਰਾ ਕਾਰੋਬਾਰ ਵਧੀਆ ਚੱਲੇ, ਆਪਾਂ ਉਹਦੀ ਵੀ ਅਰਦਾਸ ਕਰਦੇ ਹਾਂ। ਤੇ ਬਾਕੀ ਸੰਗਤ ਜਦੋਂ ਉਹਦਾ ਟਾਈਮ ਹੁੰਦਾ ਉਹ ਕਹਿੰਦੀ ਸਾਡੀ ਦੇਹ ਰੋਗਤਾ ਦੀ ਅਰਦਾਸ ਵੀ ਕਰਿਓ। ਹੁਣ ਕਾਰੋਬਾਰ ਡਾਕਟਰ ਦਾ ਵੀ ਚੱਲਣਾ ਤੇ ਬਿਮਾਰ ਲੋਕਾਂ ਨੇ ਵੀ ਹੋਣਾ, ਕੰਮ ਤਾਂ ਦੋਵੇਂ ਹੀ ਚੱਲਣੇ ਨੇ। ਉਹਦੀ ਖਾਹਿਸ਼ ਤੇ ਉਹਦੀ ਖਾਹਿਸ਼ ਹੈ, ਆਪਸ 'ਚ ਮੇਲ ਹੈ ਕੋਈ? 2 ਕੈਂਡੀਡੇਟ ਇੱਕ ਏਰੀਏ 'ਚੋਂ ਖੜੇ ਨੇ ਇਲੈਕਸ਼ਨ ਵਾਸਤੇ, ਇੱਕ ਹੀ ਗੁਰਦੁਆਰੇ ਗਏ ਤੇ ਇੱਕ ਹੀ ਭਾਈ ਕੋਲ ਗਏ। ਉਹ ਵੀ ਕਹਿੰਦਾ ਜੀ ਮੇਰੀ ਅਰਦਾਸ ਕਰੋ ਮਹਾਰਾਜ ਮੈਨੂੰ ਜਿੱਤ ਬਖਸ਼ਣ। ਉਹਨੇ ਕੀ ਉਜਰ ਕਰਨੀ ਸੀ, ਕਰ ਦਿੱਤੀ ਉਹਨੇ, ਮਹਾਰਾਜ ਇਹਨੂੰ ਜਿੱਤ ਬਖਸ਼ੋ। ਉਹ ਜਦੋਂ ਬਾਹਰ ਨਿਕਲਿਆ ਤਾਂ ਅੱਧੇ ਪੌਣੇ ਘੰਟੇ ਬਾਅਦ ਦੂਜਾ ਕੈਂਡੀਡੇਟ ਆਇਆ। ਉਹ ਕਹਿੰਦਾ ਜੀ ਮੇਰੀ ਅਰਦਾਸ ਕਰੋ ਗਿਆਨੀ ਜੀ, ਮੈਂ ਵੀ ਇਲੈਕਸ਼ਨ 'ਚ ਖੜਾ। ਭਾਈ ਨੇ ਉਹਦੀ ਵੀ ਕਰ ਦਿੱਤੀ। ਜਿੱਤਣਾ ਤਾਂ ਇੱਕ ਨੇ ਹੀ, ਦੋਵੇਂ ਤਾਂ MLA ਬਣਨੋਂ ਰਹੇ ਵੀ ਇੱਕ ਏਰੀਏ 'ਚ ਦੋਵੇਂ ਹੀ ਬਣ ਜਾਣ ਵਿਰੋਧੀ। ਜਿੱਤੇਗਾ ਇੱਕ। ਜੋ ਸਿਸਟਮ ਹੈ ਉਹਦੇ ਮੁਤਾਬਕ ਤਾਂ ਜੋ ਹੈ ਉਹੀ ਹੋਣਾ। ਹੁਣ ਜਿਹੜਾ ਜਿੱਤ ਗਿਆ ਉਹਨੇ ਕਹਿਣਾ ਇਹ ਭਾਈ ਨੇ ਮੇਰੀ ਅਰਦਾਸ ਕੀਤੀ, ਜਿਹੜਾ ਹਾਰ ਗਿਆ ਉਹਨੇ ਚੁੱਪ ਕਰਕੇ ਬਹਿ ਜਾਣਾ। ਹੋਣਾ ਤਾਂ ਇਦਾਂ ਹੀ ਹੈ ਨਾ। ਤੇ ਜਾਣਦੇ ਅਸੀਂ ਸਾਰੇ ਹੀ ਹਾਂ। ਇਹ ਚੀਜ਼ ਨੂੰ ਸਮਝੀਏ ਕਿ ਧਰਮ ਜਿਹੜਾ ਹੈ, ਗੁਰਮਤ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਹੈ, ਠੀਕ ਹੈ ਅਸੀਂ ਆਪਣੇ ਮਨੋਬਲ ਕਰਕੇ ਅਰਦਾਸ ਕਰਦੇ ਹਾਂ, ਵਾਹਿਗੁਰੂ ਦੇ ਕੋਲੋਂ ਮਦਦ ਮੰਗਦੇ। ਜਦੋਂ ਮੁਸੀਬਤ ਜ਼ਿਆਦਾ ਹੁੰਦੇ ਹਾਂ, ਤਕਲੀਫ ਵਿੱਚ ਹੁੰਦੇ ਹਾਂ, ਦੁੱਖ ਵਿੱਚ ਹੁੰਦੇ ਹਾਂ, ਆਪਣੇ ਮਨ ਦੀ ਚੜ੍ਹਦੀ ਕਲਾ ਲਈ ਅਸੀਂ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਤੱਕ। ਪਰ ਇੱਕ ਗੱਲ ਧਿਆਨ 'ਚ ਰੱਖਣਾ, ਵਾਹਿਗੁਰੂ ਦੇ ਅਸੂਲ ਨਹੀਂ ਬਦਲ ਸਕਦੇ ਅਸੀਂ ਕਹਿਣ ਨਾਲ। ਮਨ ਦੀ ਚੜ੍ਹਦੀ ਕਲਾ ਦੀ ਤਾਕਤ ਹੋ ਸਕਦੀ ਹੈ, ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਦਾ ਸੰਕਲਪ ਹੋ ਸਕਦਾ ਹੈ। ਪਰ ਜੇ ਤੁਸੀਂ ਆਖੋ ਨਾ ਵੀ ਭਾਈ ਕੁਦਰਤ ਬਦਲਦਾ ਹੈਗਾ, ਇਹ ਨਹੀਂ ਬਦਲੀ ਜਾਣੀ।
ਭਾਈ ਕੋਲ ਕੋਈ ਅਖਤਿਆਰ ਨਹੀਂ, ਨਾ ਕਾਜ਼ੀ ਕੋਲ ਅਖਤਿਆਰ ਹੈ, ਨਾ ਪੰਡਤ ਕੋਲ, ਕਿਸੇ ਕੋਲ ਅਖਤਿਆਰ ਨਹੀਂ ਵੀ ਉਹ ਵਾਹਿਗੁਰੂ ਦੀ ਕੁਦਰਤ 'ਚ ਫੇਰ ਬਦਲ ਕਰਦਾ। ਇੱਥੇ ਤੇ ਹਜ਼ੂਰ ਨੇ ਆਖਿਆ ਇਹ ਸਾਰਾ ਕੁਝ ਹੁਕਮ ਮੁਤਾਬਕ ਚੱਲਦਾ ਹੈ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ, ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਇਸ ਵਾਸਤੇ ਸਾਹਿਬ ਨੇ ਬਾਣੀ ਵਿੱਚ ਫਰਮਾਇਆ ਵੀ ਅਸੀਂ ਉਸ ਵਾਹਿਗੁਰੂ ਦੇ ਕੋਲੋਂ ਕਦੇ ਮੰਗਦੇ ਹਾਂ ਵੀ ਵਾਹਿਗੁਰੂ ਸਾਨੂੰ ਜੋ ਵੀ ਹੈ, ਠੀਕ ਹੈ ਬਹੁਤਾ ਮਿਲਦਾ ਜੇ, ਹਰ ਇੱਕ ਦੀ ਖਾਹਿਸ਼ ਹੁੰਦੀ ਹੈ, ਪਰ ਇਹਦੇ 'ਚ ਸੰਤੁਸ਼ਟੀ ਵੀ ਬਖਸ਼ੋ। ਇਵੇਂ ਮਹਿਸੂਸ ਹੋਵੇ ਵੀ ਜੇ ਮੈਂ ਰੱਜਿਆ ਹੋਇਆ, ਇਵੇਂ ਮਹਿਸੂਸ ਹੋਵੇ ਵੀ ਜੇ ਮੈਂ ਪੂਰਾ ਸਬਰ ਵਿੱਚ ਹਾਂ। ਇਹ ਬੜੀ ਉੱਚੀ ਅਵਸਥਾ ਹੈ, ਇਹਦਾ ਕੋਈ ਤੋੜ ਨਹੀਂ ਸੰਸਾਰ 'ਚ। ਇਹੋ ਹੀ ਇੱਕ ਹੱਲ ਹੈ ਮਨੁੱਖ ਦੇ ਦੁੱਖਾਂ ਦਾ, ਸਬਰ। ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਤੋ ਹਜ਼ੂਰ ਜੀ ਫਰਮਾਉਂਦੇ ਨੇ ਕਾਮ ਕ੍ਰੋਧ ਦੋਏ ਭਏ ਜਗਾਤੀ। ਹੁਣ ਜਦੋਂ ਵਪਾਰੀ ਜਾ ਰਿਹਾ ਇਹਨਾਂ ਤੇ ਜਿਹੜੀ ਸਟੇਟ ਵਿੱਚੋਂ ਲੰਘਣਗੇ ਉੱਥੇ ਉਹਨਾਂ ਨੂੰ ਟੈਕਸ ਪੈਣਾ। ਜਿਹੜਾ ਟੈਕਸ ਵਿਭਾਗ ਹੈ ਉਹਨਾਂ ਨੂੰ ਪੁਰਾਣੇ ਸਮੇਂ ਜਗਾਤੀ ਕਹਿੰਦੇ ਸਨ। ਜਗਾਤੀ ਟੈਕਸ ਲੈਣ ਵਾਲੇ, ਚੁੰਗੀ ਮਹਿਸੂਲ ਲੈਣ ਵਾਲੇ, ਉਹ ਖੜੇ ਸਨ ਪਹਿਰੇ ਦੇ ਉੱਤੇ, ਰਾਹ ਦੇ ਉੱਤੇ, ਉਹਨਾਂ ਦਾ ਅੱਡਾ ਸੀ ਉੱਤੇ। ਉਹ ਜਦੋਂ ਲੰਘਣ ਲੱਗੇ ਉਹਨਾਂ ਕਿਹਾ ਜੀ ਟੈਕਸ ਦਿਓ, ਸਾਡੇ ਇਲਾਕੇ 'ਚ ਆਉਣਾ ਤੇ ਟੈਕਸ ਦੇਣਾ ਪਏਗਾ। ਅੱਜ ਵੀ ਤੇ ਇਸ ਤਰ੍ਹਾਂ ਹੀ ਹੈ। ਉਹ ਟੈਕਸ ਲੈਣ ਵਾਲੇ ਕਿਹੜੇ ਨੇ? ਕਾਮ ਤੇ ਕ੍ਰੋਧ। ਕਾਮ ਵਾਸ਼ਨਾ ਤੇ ਕ੍ਰੋਧੀ ਸੁਭਾਅ, ਤਾਮਸੀ ਸੁਭਾਅ, ਤਾਮਸੀ ਬਿਰਤੀ। ਇਹ ਦੋ ਕਹਿੰਦੇ ਨੇ ਟੈਕਸ ਕੱਟਣ ਵਾਲੇ। ਇਹਨਾਂ ਦਾ ਅਸੀਂ ਟੈਕਸ ਭਰਦੇ ਹਾਂ, ਭਾਵ ਜ਼ਿੰਦਗੀ ਦਾ ਸਮਾਂ ਇਹਨਾਂ ਤੇ ਵੀ ਖਰਚ ਕਰਦੇ ਹਾਂ। ਇੱਕ ਤਾਂ ਵਪਾਰੀ ਨੇ ਪੈਸੇ ਖਰਚ ਕੀਤੇ ਤੇ ਮਾਲ ਲਿਆ, ਤੇ ਮਾਲ ਵੀ ਘਟੀਆ ਲੱਦ ਲਿਆ। ਹੁਣ ਉਹਨੇ ਜਾਣਾ ਸੀ ਤੇ ਟੈਕਸ ਵੀ ਅਗਲਿਆਂ ਲੈਣਾ ਸੀ, ਉਹ ਜੇਬ ਚੋਂ ਪੈਸੇ ਦਿੱਤੇ। ਯਾਨੀ ਕਿ ਸਾਹ ਕਾਮ ਤੇ ਵੀ ਖਰਚ ਕੀਤਾ ਤੇ ਕ੍ਰੋਧ ਤੇ ਵੀ ਖਰਚ ਕੀਤਾ। ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਹੁਣ ਜਿਹੜੇ ਵਪਾਰੀ ਸਫ਼ਰ ਕਰ ਰਹੇ ਸਨ ਉਹਨਾਂ ਨੂੰ ਰਾਹ ਵਿੱਚ ਬਟਵਾਰੇ, ਮਤਲਬ ਰਾਹ ਪਾੜਨ ਵਾਲੇ, ਰਾਹ ਦੇ ਵਿੱਚ ਲੁੱਟ ਖਸੁੱਟ ਕਰਨ ਵਾਲੇ ਲੁਟੇਰੇ ਵੀ ਜਿਹੜੇ ਸਨ ਉਹ ਪਏ। ਤੇ ਲੁਟੇਰਾ ਕੀ ਹੈ? ਮਨ ਤਰੰਗ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ ਸੰਕਲਪ। ਜਿਹੜੇ ਮਨ ਅੰਦਰ ਮੰਦੇ ਖਿਆਲ ਉੱਠਦੇ ਨੇ, ਸਮਝੋ ਇਹ ਲੁਟੇਰੇ ਨੇ ਜਿਹੜੇ ਤੁਹਾਡੀ ਪੂੰਜੀ ਲੁੱਟ ਕੇ ਗਾਂਹ ਜਾਂਦੇ। ਮੰਦਾ ਖਿਆਲ ਇੱਕ ਆਇਆ ਤੁਹਾਨੂੰ ਇੰਨਾ ਡਿਸਟਰਬ ਕਰ ਜਾਂਦਾ, ਬੰਦਾ ਆਪਣੇ ਟਿਕਾਣੇ ਦੇ ਉੱਤੇ ਉਹਨੂੰ ਪਹੁੰਚਦਿਆਂ ਜ਼ਿੰਦਗੀ ਲੱਗ। ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਿਵੇਰੈ ਟਾਂਡਾ ਉਤਰਿਓ ਪਾਰਾ। ਕਹਿੰਦੇ ਨੇ ਕਾਮ ਕ੍ਰੋਧ ਰੂਪ ਟੈਕਸ ਲੈਣ ਵਾਲੇ ਜਗਾਤੀ ਤੇ ਬਟਵਾਰਾ ਲੁਟੇਰੇ ਜਿਹੜੇ ਨੇ ਮਨ ਦੇ ਭੈੜੇ ਖਿਆਲ। ਇਹ ਸਾਡੇ ਪੰਜਾਂ ਤੱਤਾਂ ਦੀ ਜਿਹੜੀ ਵਾਹਿਗੁਰੂ ਨੇ ਦਾਤ ਸਾਨੂੰ ਸਰੀਰ ਦਿੱਤਾ ਹੋਇਆ ਨਾ, ਇਹ ਸਾਰੇ ਮਿਲ ਕੇ ਪੰਜਾਂ ਤੱਤਾਂ ਦਾ ਨਾਸ਼ ਕਰ ਦਿੰਦੇ ਨੇ, ਭਾਵ ਸਰੀਰ ਦਾ ਨੁਕਸਾਨ ਕਰਦੇ ਨੇ, ਦੇਹੀ ਨੂੰ ਖੁਆਰ ਕਰਦੇ ਨੇ, ਤਕਲੀਫਾਂ 'ਚ ਪਾ ਦਿੰਦੇ ਨੇ, ਦੁੱਖਾਂ 'ਚ ਪਾ ਦਿੰਦੇ ਨੇ। ਇਸ ਤਰ੍ਹਾਂ ਸਾਡਾ ਜੀਵਨ ਦਾ ਜਿਹੜਾ ਸਫ਼ਰ ਹੁੰਦਾ ਹੈ, ਇਵੇਂ ਅਸੀਂ ਓੜਕ ਨੂੰ ਪਹੁੰਚ, ਅਖੀਰ ਆ ਜਾਂਦੀ ਹੈ, ਜਾਨੀ ਸਾਡੀ ਮੰਜ਼ਿਲ ਆ ਜਾਂਦੀ ਹੈ ਵੀ ਠੀਕ ਹੈ ਜੀ ਹੁਣ ਐਂਡ ਹੋ ਗਿਆ, ਤੁਸੀਂ ਪਹੁੰਚ ਗਏ ਜਿੱਥੇ ਪਹੁੰਚਣਾ ਸੀ, ਉਮਰ ਖਤਮ ਹੋ ਗਈ ਤੇ ਆਹ ਕੁਝ ਅਸੀਂ ਖੱਟਿਆ। ਇਸ ਤਰ੍ਹਾਂ ਅਸੀਂ ਆਪਣਾ ਸਾਰਾ ਸਫ਼ਰ ਮੁਕਾਇਆ ਤੇ ਇਵੇਂ ਅਸੀਂ ਘਾਟੇ ਸਹਿਣ ਕੀਤੇ ਜ਼ਿੰਦਗੀ ਵਿੱਚ। ਫਿਰ ਫਰਮਾਉਂਦੇ ਨੇ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨਿਆਈ। ਪਰ ਕਬੀਰ ਜੀ ਨੂੰ ਪੁੱਛਿਆ, ਕਬੀਰ ਜੀ ਕੀ ਤੁਹਾਡੇ ਨਾਲ ਵੀ ਐਵੇਂ ਵਾਪਰ ਰਿਹਾ? ਕਹਿੰਦੇ ਨਹੀਂ। ਮੈਂ ਇਸ ਕਰਕੇ ਕਹਿੰਦੇ ਨੇ ਆ ਸਾਰੀ ਕਹਾਣੀ ਦੱਸੀ ਵੀ ਹਰ ਬੰਦੇ ਨਾਲ ਇਵੇਂ ਵਾਪਰਿਆ, ਪਰ ਮੈਨੂੰ ਇੱਕ ਚਾਂਸ ਮਿਲ ਗਿਆ, ਬਖਸ਼ਿਸ਼ ਮਿਲ ਗਈ। ਕਹਿਤ ਕਬੀਰ ਸੁਨੋ ਰੇ ਸੰਤੋ, ਸਤ ਸੰਗਿਓ ਮੇਰੀ ਗੱਲ ਸੁਣੋ, ਅਬ ਐਸੀ ਬਨਿਆਈ। ਮੇਰੇ ਨਾਲ ਤਾਂ ਹੁਣ ਇਹੋ ਜਿਹੀ ਅਵਸਥਾ ਬਣੀ, ਇਹੋ ਜਿਹੀ ਕਿਰਪਾ ਹੋਈ, ਇਹੋ ਜਿਹੀ ਬਖਸ਼ਿਸ਼ ਦੀ ਕਹਾਣੀ ਬਣ ਗਈ ਮੇਰੇ ਜੀਵਨ ਵਿੱਚ। ਘਾਟੀ ਚੜ੍ਹਤ ਬੈਲ ਇੱਕ ਥਾਕਾ। ਕਹਿੰਦੇ ਨੇ ਮੈਂ ਇੱਕ ਕਾਰਜ ਕੀਤਾ ਵੀ ਜਿਹੜਾ ਪਾਪ ਦਾ ਬੈਲ ਸੀ ਨਾ ਮੇਰਾ, ਮੈਂ ਘਾਟੀ ਕਿਹਨੂੰ ਕਿਹਾ? ਕਬੀਰ ਜੀ ਨੇ ਪਰਮੇਸ਼ਰ ਦੇ ਨਾਮ ਨੂੰ। ਔਖੀ ਘਾਟੀ ਹੈ ਨਾ, ਇਹ ਸਾਰੀ ਦੁਨੀਆ ਇੱਕ ਪਾਸੇ ਜਾ ਰਹੀ, ਤੁਸੀਂ ਵੱਖਰੇ ਤੁਰੋਗੇ, ਹੈ ਤੇ ਬਿਖਮ ਕਠਨ। ਕਹਿੰਦੇ ਨੇ ਉਹ ਜਿਹੜੀ ਔਖੀ ਘਾਟੀ, ਅਵਕਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਨਾਮ ਸਿਮਰਨ ਦੀ, ਪਰਮੇਸ਼ਰ ਦੀ ਯਾਦ ਦੀ ਜਿਹੜੀ ਘਾਟੀ ਉਹ ਚੜ੍ਹਦਿਆਂ ਪਾਪ ਦਾ ਬੈਲ ਥੱਕ ਗਿਆ।
ਯਾਨੀ ਕਿ ਪਾਪ ਬਿਰਤੀ ਮੁੱਕ ਗਈ। ਜਦੋਂ ਮੈਂ ਰੱਬ ਦੇ ਨਾਂ ਦਾ ਆਸਰਾ ਲਿਆ ਤਾਂ ਪਾਪ ਬਿਰਤੀ ਜਿਹੜੀ ਸੀ ਉਹ ਖਤਮ ਹੋ ਗਈ। ਉਹਨੇ ਹੋਣਾ ਹੀ ਸੀ। ਚਲੋ ਗੋਨ ਛਟਕਾਈ, ਕਹਿੰਦੇ ਨੇ ਫਿਰ ਤ੍ਰਿਸ਼ਨਾ ਵੀ ਖਤਮ ਹੋ ਗਈ। ਜਦੋਂ ਪਾਪ ਨਹੀਂ ਰਿਹਾ, ਕੱਲਾ ਪੁੰਨ ਭਾਵ ਬੁਰਾਈ ਨਹੀਂ ਰਹੀ, ਚੰਗਿਆਈ ਰਹਿ ਗਈ, ਤ੍ਰਿਸ਼ਨਾ ਵੀ ਮੁੱਕ ਗਈ, ਤੇ ਕਹਿੰਦੇ ਮੇਰਾ ਜੀਵਨ ਆਪਣੇ ਆਪ ਹੀ ਸੁਖੀ ਹੋ ਗਿਆ। ਜਿੱਥੇ ਪਾਪ ਨਹੀਂ ਹੈ, ਜਿੱਥੇ ਤ੍ਰਿਸ਼ਨਾ ਨਹੀਂ ਹੈ, ਉੱਥੇ ਕਾਮ ਤੇ ਕ੍ਰੋਧ ਨੇ ਵੀ ਨਹੀਂ ਆਉਣਾ। ਉੱਥੇ ਮਨ ਦੇ ਅੰਦਰ ਬੁਰੇ ਤਰੰਗ ਵੀ ਨਹੀਂ ਉੱਠਣੇ, ਲੁਟੇਰੇ ਵੀ ਨਹੀਂ ਪੈਣੇ ਮਾਲ ਲੁੱਟਣ ਵਾਸਤੇ। ਮੇਰਾ ਸਬਰ, ਮੇਰਾ ਧੀਰਜ, ਮੇਰੇ ਆਤਮਿਕ ਦੈਵੀ ਗੁਣ ਹੀ ਮੇਰੀ ਰੱਖਿਆ ਕਰਨ ਵਾਸਤੇ ਮੇਰੇ ਇਰਦ ਗਿਰਦ ਖੜੇ ਹਨ। ਚੌਂਕੀ ਚੌਗਿਰਦ ਹਮਾਰੇ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਾਰੀ ਸੰਗਤ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।